दोस्तों नमस्कार। मैं प्रॉफिट फ्रॉम इट फैमिली कन्यू ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਅਰੁਣ ਕੁਮਾਰ ਪੰਜਾਬ ਤੋਂ ਬਿਲੋਂਗ ਕਰਦਾ ਹਾਂ, ਸ਼ਹਿਰ ਖੰਨਾ ਤੋਂ। ਮੈਂ ਪ੍ਰੋਫਿਟ ਫਰੋਮ ਇਟ ਦਾ ਸਤੰਬਰ 2020 ਦਾ ਸਟੂਡੈਂਟ ਹਾਂ ਔਰ ਮੈਂ ਬਿਜ਼ਨਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਜਿਸ ਦੇ ਵਿੱਚ ਅਸੀਂ ਰਾਈਸ ਔਰ ਪਲਸਿਸ ਦੀ B2B ਕੈਟੇਗਰੀ ਦੇ ਵਿੱਚ ਕੰਮ ਕਰਦੇ ਹਾਂ। ਸਭ ਨਾਲੋਂ ਪਹਿਲਾਂ ਮੈਂ ਉਰੇ ਆਪਣੇ ਮੈਂਟਰ ਔਰ ਪ੍ਰੋਫਿਟ ਫਰੋਮ ਇਟ ਦੇ ਫਾਊਂਡਰ ਪੀਯੂਸ਼ ਪਟੇਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਕਿ ਸਾਨੂੰ 4 ਮਹੀਨੇ ਦੇ ਕੋਰਸ ਦੇ ਵਿੱਚ ਸਾਰੀ ਕੰਪਨੀਆਂ ਦੇ ਡਾਟਾ ਕਿਵੇਂ ਜੱਜ ਕਰਨੇ ਹੈ ਔਰ ਉਹਨਾਂ ਤੋਂ ਕਿਵੇਂ ਇੰਡੀਪੈਂਡੈਂਟਲੀ ਨਿਵੇਸ਼ਕ ਬਣਨਾ ਹੈ, ਇਹ ਸਿਖਾਇਆ। ਔਰ ਸਾਡੇ ਲਈ ਇਹ ਬਹੁਤ ਹੀ ਗਰਵ ਦਾ ਵਿਸ਼ਾ ਹੈ। ਇਨਰ ਰਿਵਿਊ ਨੇ ਦਸੰਬਰ 2021 ਦੇ ਵਿੱਚ ਪੀਯੂਸ਼ ਪਟੇਲ ਜੀ ਨੂੰ ਟੌਪ 10 ਸਟਾਕ ਮਾਰਕੀਟ ਟ੍ਰੇਨਰ ਦੇ ਤੌਰ ਤੇ ਚੁਣੇ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਡਾਕਟਰ ਲਾਲ ਪੈਥਲੈਬ ਕੰਪਨੀ ਦੇ ਬਾਰੇ ਦੇ ਵਿੱਚ, ਜਿਹੜੀ ਕਿ ਡਾਕਟਰ ਅਰਵਿੰਦ ਲਾਲ ਜੀ ਨੇ ਖੜੀ ਕੀਤੀ ਔਰ ਅੱਜ ਇੱਕ ਬਹੁਤ ਹੀ ਵਧੀਆ ਕੰਪਨੀ ਪੂਰੇ ਦੇਸ਼ ਦੇ ਵਿੱਚ ਮੌਜੂਦ ਹੈ। ਡਾਕਟਰ ਲਾਲ ਪੈਥਲੈਬ ਕੰਪਨੀ ਸ਼ੇਅਰ ਮਾਰਕੀਟ ਦੇ ਵਿੱਚ ਹੈਲਥ ਕੇਅਰ ਸਰਵਿਸਿਜ਼ ਸੈਕਟਰ ਦੇ ਅੰਡਰ ਬਿਲੋਂਗ ਕਰਦੀ ਹੈ, ਜਿਸ ਦੇ ਵਿੱਚ ਕਈ ਤਰ੍ਹਾਂ ਦੀ ਡਾਇਗਨੋਸਟਿਕ ਲੈਬਸ ਆਉਂਦੀਆਂ ਨੇ, ਜਿਵੇਂ ਡਾਕਟਰ ਲਾਲ ਪੈਥ ਲੈਬ, ਲਾਲ ਚੰਦਾਨੀ ਲੈਬ, ਵਿਮਤਾ ਲੈਬ। ਕਈ ਤਰ੍ਹਾਂ ਦੀ ਹਸਪੀਟਲ ਚੇਨਸ ਆਉਂਦੀਆਂ ਨੇ, ਜਿਸमें कि फोर्टिज MLR, डॉक्टर अग्रवाल, CMM हॉस्पिटल, मेट्रोपोलिस, एस्टर और KMC हॉस्पिटल। इमेजिंग सेंटर्स ਦੇ ਤੌਰ ਤੇ ਸਕੈਂਡੈਂਟ ਕੰਪਨੀ ਆਉਂਦੀ ਹੈ। ਐਪ ਕੰਪਨੀਜ਼ ਨੇ ਜਿਹਦੇ ਵਿੱਚ ਆਨਲਾਈਨ ਫਾਰਮੇਸੀ ਔਰ ਡਿਜੀਟਲ ਪਲੇਟਫਾਰਮ ਪ੍ਰੋਵਾਈਡ ਕਰਦੀਆਂ ਨੇ। ਸਸਤਾ ਸੁੰਦਰ ਨਾਮ ਦੀ ਇੱਕ ਐਪ ਆਉਂਦੀ ਹੈ। ਟ੍ਰੇਡਿੰਗ ਆਫ ਡਾਇਗਨੋਸਟਿਕ ਇਕਵਿਪਮੈਂਟ ਦੇ ਵਿੱਚ ADS ਡਾਇਗਨੋਸਟਿਕ ਕੰਪਨੀ ਆਉਂਦੀ ਹੈ। ਕਲੀਨਿਕਲ ਰਿਸਰਚ ਆਰਗੇਨਾਈਜੇਸ਼ਨ ਦੇ ਵਿੱਚ ਜੀਵਨ ਸਾਇੰਟੀਫਿਕ ਟੈਕਨੋਲੋਜੀ ਇੱਕ ਕੰਪਨੀ ਆਉਂਦੀ ਹੈ। ਜੇ ਗਲੋਬਲ ਪੱਧਰ ਦੇ ਤੌਰ ਤੇ ਆਪਾਂ ਗੱਲ ਕਰੀਏ ਹੈਲਥ ਕੇਅਰ ਇੰਡਸਟਰੀ ਦੀ, ਤਾਂ ਨਾਰਥ ਅਮਰੀਕਨ ਰੀਜਨ, ਜਿਹੜਾ ਕਿ ਪੂਰੀ ਹੈਲਥ ਕੇਅਰ ਇੰਡਸਟਰੀ ਦਾ ਤਕਰੀਬਨ 42% ਮਾਰਕੀਟ ਹੈ, ਔਰ ਉਸ ਤੋਂ ਬਾਅਦ ਏਸ਼ੀਆ ਪੈਸੀਫਿਕ ਰੀਜਨ ਸਭ ਨਾਲੋਂ ਬੜਾ ਮਾਰਕੀਟ ਹੈ। ਇਹ ਟੋਟਲ ਗਲੋਬਲ ਪੱਧਰ ਤੌਰ ਤੇ 2015 ਤੋਂ 2020 ਦੇ ਵਿੱਚ ਤਕਰੀਬਨ 7% ਦੀ CAGR ਦੇ ਉੱਤੇ ਗਰੋਥ ਕੀਤੀ ਇਸ ਸੈਕਟਰ ਨੇ। ਹੁਣ 2025 ਤੱਕ ਆਂਦੇ ਆਂਦੇ ਇਹ ਸੈਕਟਰ ਅਨੁਮਾਨਿਤ ਤਕਰੀਬਨ 9% ਦੀ ਗਰੋਥ ਕਰਨ ਦੀ ਉਮੀਦ ਹੈ, ਜਿਹੜਾ ਕਿ 15,098 US ਬਿਲੀਅਨ ਡਾਲਰ ਦਾ ਹੋ ਜਾਏਗਾ। ਤਾਂ ਦੋਸਤੋ, ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਏਸ਼ੀਆ ਪੈਸੀਫਿਕ ਰੀਜਨ ਵੀ ਇੱਕ ਵੱਡਾ ਰੀਜਨ ਹੈ, ਜਿਹਦੇ ਵਿੱਚ ਹੈਲਥ ਕੇਅਰ ਇੰਡਸਟਰੀ ਦੀ ਗਰੋਥ ਹੋ ਰਹੀ ਹੈ। ਅਗਰ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੀਏ ਕਿ ਆਪਾਂ ਕਿੰਨਾ ਖਰਚਾ ਕਰ ਰਹੇ ਹਾਂ ਹੈਲਥ ਕੇਅਰ ਦੇ ਉੱਤੇ ਵਰਲਡ ਲੈਵਲ ਦੇ ਬਨਿਸਬਤ, ਤਾਂ ਵਰਲਡ ਦੇ ਤੌਰ ਤੇ 10% ਖਰਚਾ ਕੀਤਾ ਜਾ ਰਿਹਾ ਹੈ GDP ਦਾ। 2018 ਦੀ GDP ਦੇ ਕੰਪੈਰੀਜ਼ਨ ਦੇ ਵਿੱਚ ਪੂਰੇ ਵਰਲਡ ਦੇ ਤੌਰ ਤੇ 10% ਖਰਚਾ ਕੀਤਾ ਜਾ ਰਿਹਾ ਹੈ, ਜਦਕਿ ਇੰਡੀਆ ਸਿਰਫ 3.5% ਖਰਚਾ ਕਰ ਰਿਹਾ ਹੈ। ਸਾਨੂੰ ਨਾਲੋਂ ਵੱਧ ਖਰਚਾ ਨਾਰਥ ਅਮਰੀਕਾ ਕਰ ਰਿਹਾ ਹੈ, ਜਿਹੜਾ ਕਿ 16% ਹੈ। ਬਾਕੀ ਲੈਟਿਨ ਅਮਰੀਕਾ 8% ਕਰ ਰਿਹਾ ਹੈ, ਯੂਰਪ 10% ਕਰ ਰਿਹਾ ਹੈ, ਈਸਟ ਏਸ਼ੀਆ ਪੈਸੀਫਿਕ ਰੀਜਨ 7% ਖਰਚਾ ਕਰ ਰਿਹਾ ਹੈ। ਤਾਂ ਆਪਣੇ ਕੋਲ ਉਰੇ ਬਹੁਤ ਹੀ ਵੱਡਾ ਗੈਪ ਅਵੇਲੇਬਲ ਹੈ, ਜਿਸ ਨੂੰ ਕਿ ਫਿਲ ਕੀਤਾ ਜਾ ਸਕਦਾ ਹੈ, ਔਰ ਇਸ ਦੇ ਨਾਲ ਕਈ ਨਵੀਂ ਕੰਪਨੀਜ਼ ਔਰ ਜੋ ਆਲਰੇਡੀ ਐਗਜ਼ਿਸਟਿੰਗ ਕੰਪਨੀਜ਼ ਨੇ, ਉਹ ਸਾਨੂੰ ਵੱਡੀਆਂ ਹੁੰਦੀਆਂ ਹੋਈਆਂ ਦਿਖਣਗੀਆਂ। ਇੰਡੀਅਨ ਹੈਲਥ ਕੇਅਰ ਇੰਡਸਟਰੀ ਦੀ ਜੇ ਗੱਲ ਕਰੀਏ, ਤਾਂ ਇਸ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕਾਫੀ ਵੱਡੇ ਤੌਰ ਤੇ ਹਸਪੀਟਲ ਇੰਡਸਟਰੀ ਦਾ ਮਾਰਕੀਟ ਸ਼ੇਅਰ ਹੈ, ਔਰ ਇਹ ਪੂਰੀ ਇੰਡਸਟਰੀ ਜਿਹੜੀ ਕਿ 2015 ਦੇ ਵਿੱਚ 128 US ਬਿਲੀਅਨ ਡਾਲਰ ਦੀ ਸੀਗੀ, ਔਰ 9% CAGR ਦੀ ਗਰੋਥ ਦੇ ਨਾਲ 2020 ਦੇ ਵਿੱਚ ਇਹ ਤਕਰੀਬਨ 200 US ਬਿਲੀਅਨ ਡਾਲਰ ਦੀ ਹੋ ਗਈ। ਔਰ 2025 ਤੱਕ ਆਂਦੇ ਆਂਦੇ ਆਪਾਂ ਇਸ ਕੰਪਨੀ ਨੂੰ, ਇਸ ਇੰਡਸਟਰੀ ਨੂੰ 23% CAGR ਦੀ ਗਰੋਥ ਨਾਲ 557 ਕਰੋੜ 557 US ਬਿਲੀਅਨ ਡਾਲਰ ਦੀ ਦੇਖਦੇ ਹੋਏ ਸਾਨੂੰ ਇਹ ਮਿਲ ਸਕਦੀ ਹੈ। ਤਾਂ ਦੋਸਤੋ, ਇਸ ਡਾਇਗਨੋਸਟਿਕ ਇੰਡਸਟਰੀ ਬਾਰੇ ਜੇ ਆਪਾਂ ਹੋਰ ਚਰਚਾ ਕਰੀਏ, ਤਾਂ ਇਸ ਦੇ ਵਿੱਚ ਇਹ ਇੰਡਸਟਰੀ ਕਾਫੀ ਹੀ ਬਿਖਰੀ ਹੋਈ ਹੈ, ਜਿਸ ਦੇ ਵਿੱਚ ਕਿ ਕੁਝ ਸਟੈਂਡ ਅਲੋਨ ਸੈਂਟਰਸ ਵੀ ਨੇ, ਜਿਹੜੇ ਕਿ ਮਾਈਕਰੋਬਾਇਓਲੋਜੀ ਕਈ ਲੋਕ ਪੜ੍ਹ ਕੇ ਆਪਣੀ ਇੰਡੀਵਿਜੂਅਲ ਲੈਬਸ ਖੋਲਦੇ ਨੇ। ਕਈ ਹਸਪੀਟਲ ਬੇਸਡ ਹਸਪੀਟਲ ਬੇਸਡ ਡਾਇਗਨੋਸਟਿਕ ਸੈਂਟਰਸ ਨੇ, ਜਿਹੜੇ ਕਿ ਹਸਪੀਟਲ ਦੇ ਅੰਦਰ ਹੀ ਚੱਲਦੇ ਨੇ, ਔਰ ਸਿਰਫ 16% ਡਾਇਗਨੋਸਟਿਕ ਚੇਨਸ ਨੇ ਪੂਰੇ ਦੇ ਪੂਰੇ ਇੰਡੀਅਨ ਸਿਨੈਰੀਓ ਦੇ ਵਿੱਚ। ਇਸ ਡਾਇਗਨੋਸਟਿਕ ਚੇਨਸ ਦੇ ਵਿੱਚ ਪੂਰੇ ਇੰਡੀਆ ਲੈਵਲ ਤੇ ਸਿਰਫ 35% ਤੋਂ ਲੈ ਕੇ 40% ਹੀ ਕੰਪਨੀਆਂ ਨੇ ਜਿਹੜੇ ਕਿ ਮੌਜੂਦ ਨੇ, ਔਰ ਰੀਜਨਲ ਜਿਹੜੇ ਕਿ ਸਟੇਟ ਵਾਈਜ਼ ਕੁਝ ਚੇਂਜ ਨੇ ਉਹ 60 ਤੋਂ 65% ਨੇ। ਤਾਂ ਦੋਸਤੋ, ਇਹ ਸਲਾਈਡ ਸਾਨੂੰ ਦੱਸ ਰਹੀ ਹੈ ਕਿ ਇਹ ਇੰਡਸਟਰੀ ਕਾਫੀ ਜ਼ਿਆਦਾ ਵਿਖਰੀ ਹੋਈ ਹੈ, ਔਰ ਇਸ ਦੇ ਵਿੱਚ ਜੇ ਬੜੀ ਕੰਪਨੀਆਂ ਨੇ ਉਹਨਾਂ ਕੋਲ ਇੱਕ ਬਹੁਤ ਬੜਾ ਰੂਮ ਅਵੇਲੇਬਲ ਹੈ ਅੱਗੇ ਵਧਣ ਦਾ। ਮਾਰਕੀਟ ਕੈਪ ਦੇ ਤੌਰ ਤੇ ਜੇ ਆਪਾਂ ਪੂਰੀ ਇੰਡਸਟਰੀ ਨੂੰ ਦੇਖੀਏ,
ਤਾਂ ਇਸ ਦੇ ਵਿੱਚ ਟੋਟਲ 31 ਕੰਪਨੀਆਂ ਲਿਸਟਡ ਨੇ ਜਿਨ੍ਹਾਂ ਦਾ ਮਾਰਕੀਟ ਕੈਪ 61,000 ਕਰੋੜ ਦਾ ਹੈ, ਜਿਹਦੇ ਵਿੱਚੋਂ ਉੱਪਰਲੀਆਂ 5 ਕੰਪਨੀਆਂ ਦੇ ਕੋਲ 52,000 ਕਰੋੜ ਦਾ ਮਾਰਕੀਟ ਕੈਪ ਹੈਗਾ। ਡਾਕਟਰ ਲਾਲ ਪੈਥਲੈਬ ਕੋਲ ਤਕਰੀਬਨ 37% ਮਾਰਕੀਟ ਕੈਪ ਹੈ, ਮੈਟਰੋਪੋਲਿਸ ਕੋਲ 17% ਮਾਰਕੀਟ ਕੈਪ ਹੈ, ਐਸਟਰ ਡੀਐਮ ਕੋਲ 15%, ਥਾਇਰੋਕੇਅਰ ਕੋਲ 8% ਔਰ ਵਿਜਾ ਡਾਇਗਨੋਸਟਿਕ ਕੋਲ ਵੀ 8% ਦੇ ਨੇੜੇ ਤੇੜੇ ਮਾਰਕੀਟ ਕੈਪ ਹੈਗਾ। ਸੇਲ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਐਸਟਰ ਡੀਐਮ ਪੂਰੇ 13,000 ਕਰੋੜ ਦੀ ਸੇਲ ਦੇ ਵਿੱਚੋਂ ਪੂਰੇ 15,000 ਕਰੋੜ ਦੀ ਸੇਲ ਦੇ ਵਿੱਚੋਂ ਐਸਟਰ ਡੀਐਮ 66% ਦਾ ਮਾਰਕੀਟ ਸ਼ੇਅਰ ਲੈ ਕੇ ਬੈਠਿਆ ਹੈ। ਡਾਕਟਰ ਲਾਲ ਪੈਥਲੈਬ 1600 ਕਰੋੜ ਦੀ ਸੇਲ ਕਰ ਰਿਹਾ ਹੈ, ਜਿਹੜੀ ਕਿ ਸੈਕਿੰਡ ਨੰਬਰ ਦੀ ਆਪਣੇ ਕੋਲ ਕੰਪਨੀ ਉੱਭਰ ਕੇ ਆ ਰਹੀ ਹੈ। ਤਾਂ ਇਸ ਕੰਪਨੀ ਦੇ ਬਾਰੇ ਡਾਕਟਰ ਲਾਲ ਪੈਥਲੈਬ ਦਾ ਜੇ ਆਪਾਂ ਬਿਹੇਵੀਅਰ ਐਨਾਲਿਸਿਸ ਕਰੀਏ, ਮਤਲਬ ਕਿ ਇਹਨੇ ਆਪਣੀ ਹਿਸਟਰੀ ਦੇ ਵਿੱਚ ਕਿਸ ਤਰ੍ਹਾਂ ਦੀ ਸੇਲ ਕੀਤੀ, ਕਿਸ ਤਰ੍ਹਾਂ ਦਾ ਪ੍ਰੋਫਿਟ ਕੀਤਾ, ਤਾਂ ਉਹ ਆਪਾਂ ਆਉਣ ਵਾਲੀ ਸਲਾਈਡ ਦੇ ਵਿੱਚ ਦੋਸਤੋ ਹੁਣੇ ਦੇਖਦੇ ਹਾਂ। ਸੇਲ ਦੇ ਵਿੱਚ 2012 ਤੋਂ ਕੰਪਨੀ ਹੁਣ ਤੱਕ 2021 ਤੱਕ 5 ਗੁਣਾ ਆਪਣੀ ਸੇਲ ਦੀ ਗਰੋਥ ਦੇ ਵਿੱਚ ਜੰਪ ਕਰ ਚੁੱਕੀ ਹੈ। 320 ਕਰੋੜ ਦੀ ਸੇਲ ਇਹ ਤਕਰੀਬਨ ਹੁਣ 1600 ਕਰੋੜ ਦੀ ਸੇਲ 2021 ਤੱਕ ਕੀਤੀ ਹੈ, ਜਿਹੜੀ ਕਿ 18% CAGR ਦੇ ਨਾਲ ਵੱਧ ਰਹੀ ਹੈ ਇਹ 9 ਸਾਲਾਂ ਦੇ ਵਿੱਚ। ਪ੍ਰੋਫਿਟ ਦੇ ਤੌਰ ਤੇ ਕੰਪਨੀ ਇਹ 9 ਸਾਲਾਂ ਦੇ ਵਿੱਚ 23% ਦੀ CAGR ਦੀ ਗਰੋਥ ਨਾਲ ਵਧੀ ਹੈ, ਜੋ ਕਿ 41 ਕਰੋੜ ਦੇ ਪ੍ਰੋਫਿਟ ਤੋਂ ਲੈ ਕੇ ਅੱਜ 300 ਕਰੋੜ ਦਾ ਪ੍ਰੋਫਿਟ ਕਰ ਰਹੀ ਹੈ। ਜੇ ਰਿਜ਼ਰਵ ਦੀ ਗੱਲ ਕਰੀਏ ਤਾਂ ਕੰਪਨੀ ਦੇ ਰਿਜ਼ਰਵ ਦੇ ਤੌਰ ਤੇ ਜੋ ਕਿ ਡਾਟਾ 2015 ਤੋਂ ਅਵੇਲੇਬਲ ਹੈ, 237 ਕਰੋੜ ਦਾ ਪ੍ਰੋਫਿਟ ਅੱਜ ਕੰਪਨੀ 237 ਕਰੋੜ ਦਾ ਰਿਜ਼ਰਵ ਅੱਜ ਇਹੀ ਕੰਪਨੀ 1162 ਕਰੋੜ ਦਾ ਰਿਜ਼ਰਵ ਲੈ ਕੇ ਸਾਡੇ ਸਾਹਮਣੇ ਮੌਜੂਦ ਹੈ। ਇਹਨਾਂ 6 ਸਾਲਾਂ ਦੇ ਵਿੱਚ ਇਹ 30% CAGR ਦੀ ਗਰੋਥ ਨਾਲ ਵਧਿਆ ਹੈ। ਕੰਪਨੀ ਹਰੇਕ ਆਪਣੀ ਸਰਵਿਸ ਦੇ ਉੱਤੇ ਤਕਰੀਬਨ 19% ਦਾ ਮਾਰਜਨ ਜਨਰੇਟ ਕਰ ਰਹੀ ਹੈ, ਜਿਹੜੀ ਕਿ ਆਪਣੇ ਲਈ ਕੰਪਨੀ ਦੇ ਲਈ ਇੱਕ ਅੱਛੀ ਫਿਗਰ ਹੈ, ਜੋ ਕਿ ਡੇ ਬਾਈ ਡੇ ਇਸ ਦਾ ਈਅਰ ਬਾਈ ਈਅਰ ਮਾਰਜਨ ਵਧ ਰਿਹਾ ਹੈ। ਕੁਆਲਿਟੀ ਦੇ ਤੌਰ ਤੇ ਆਪਾਂ ਜੇ ਐਨਾਲਾਈਜ਼ ਕਰੀਏ ਇਸ ਕੰਪਨੀ ਦਾ ਬਾਕੀ ਕੰਪਨੀਆਂ ਨਾਲੋਂ, ਤਾਂ ਸਾਨੂੰ ਆਉਣ ਵਾਲੀ ਸਲਾਈਡ ਦੇ ਵਿੱਚ ਦਿਖੇਗਾ ਇਹ ਕੰਪਨੀ ਕਿੰਨੀ ਵਧੀਆ ਹੈ ਜਾਂ ਕਿੰਨੀ ਕਿ ਉਹਨਾਂ ਕੰਪਨੀਆਂ ਦੇ ਇਕੁਇਵਲੈਂਟ ਬਰਾਬਰ ਹੈ ਕਿ ਨਹੀਂ। ਤਾਂ ਸਭ ਨਾਲੋਂ ਵੱਧ ਡਾਕਟਰ ਲਾਲ ਪੈਥਲੈਬ ਔਰ ਡਾਇਗਨੋਸਟਿਕ ਇੰਡਸਟਰੀ ਦੇ ਵਿੱਚ ਜਿੰਨੇ ਜ਼ਿਆਦਾ ਫੁੱਟਪ੍ਰਿੰਟਸ ਹੋਣਗੇ ਉਨੇ ਹੀ ਜ਼ਿਆਦਾ ਤੁਹਾਡੇ ਕੋਲ ਕਸਟਮਰ ਜਾਣਗੇ। ਤਾਂ ਇਹਦੇ ਕੋਲ 231 ਕਲੀਨਿਕਲ ਲੈਬਸ ਨੇ ਡਾਕਟਰ ਲਾਲ ਪੈਥਲੈਬ ਕੋਲ, 471 ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਪੈਨਲਸ ਨੇ, ਪੇਸ਼ੈਂਟਸ ਨੂੰ ਕੈਟਰ ਕਰਨ ਲਈ ਸਰਵਿਸ ਪ੍ਰੋਵਾਈਡ ਕਰਨ ਲਈ ਪੇਸ਼ੈਂਟ ਸਰਵਿਸ ਸੈਂਟਰ 3700 ਦੇ ਨੇੜੇ ਨੇ, ਪਿਕਅਪ ਪੁਆਇੰਟਸ ਜਿੱਥੋਂ ਕਿ ਇਹ ਸੈਂਪਲਸ ਚੁੱਕਦੇ ਨੇ 9000 ਦੇ ਨੇੜੇ ਨੇ, ਪੈਥੋਲੋਜੀ ਟੈਸਟ ਕੰਪਨੀ 2600 ਦੇ ਨੇੜੇ ਕਰਦੀ ਹੈ, ਰੇਡੀਓਲੋਜੀ ਐਂਡ ਕਾਰਡੀਓਲੋਜੀ ਟੈਸਟ ਕੰਪਨੀ 1900 ਦੇ ਨੇੜੇ ਕਰਦੀ ਹੈ। ਬਾਕੀ ਕੰਪਨੀਆਂ ਕੋਲ ਇੰਨੀ ਵੈਰਾਈਟੀ ਕਿਤੇ ਵੀ ਸਾਨੂੰ ਇਸ ਸਲਾਈਡ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਹੈ, ਜੋ ਕੰਪਨੀਆਂ ਦੇ ਡਾਟਾ ਤੋਂ ਹੀ ਇਹ ਸਲਾਈਡ ਬਣਾਈ ਗਈ ਹੈ। ਤਾਂ ਇਸ ਕਰਕੇ ਡਾਕਟਰ ਲਾਲ ਪੈਥਲੈਬ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਡੀਪ ਰੂਟਡ ਪੈਨੀਟ੍ਰੇਟ ਕਰਕੇ ਸਭ ਨਾਲੋਂ ਅੱਗੇ ਆ ਰਹੀ ਹੈ। ਨੈਟ ਪ੍ਰੋਫਿਟ ਮਾਰਜਨ ਦੀ ਜੇ ਦੋਸਤੋ ਗੱਲ ਕਰੀਏ ਕਿ ਕੰਪਨੀ ਹਰ ਸੇਲ ਤੋਂ ਬਾਅਦ ਕਿੰਨਾ ਕੁ ਪ੍ਰੋਫਿਟ ਜਨਰੇਟ ਕਰ ਰਹੀ ਹੈ, ਤਾਂ ਥਾਇਰੋਕੇਅਰ ਸਭ ਨਾਲੋਂ ਵੱਧ ਪ੍ਰੋਫਿਟ ਜਨਰੇਟ ਕਰ ਰਹੀ ਹੈ, ਜਿਹੜੀ ਕਿ ਇੱਕ ਆਪਣੇ ਆਪ ਨੂੰ ਥਾਇਰੋਇਡ ਰਿਲੇਟਡ ਸਰਵਿਸਿਜ਼ ਦੇ ਵਿੱਚ ਆਪਣੇ ਆਪ ਨੂੰ ਕੰਪਨੀ ਨੇ ਰੱਖਿਆ ਹੋਇਆ ਹੈ। ਤਾਂ ਇਸ ਕਰਕੇ ਪਾਰਟਿਕੂਲਰ ਉਸ ਸੈਗਮੈਂਟ ਦੇ ਵਿੱਚ ਇਸ ਦਾ ਮਾਰਜਨ ਬੜਾ ਚੰਗਾ ਹੈ। ਲਾਲ ਪੈਥਲੈਬ ਲਈ 19% ਮਾਰਜਨ ਔਰ ਮੈਟਰੋਪੋਲਿਸ ਹਸਪੀਟਲ ਚੇਨ ਹੈ ਉਹ 18% ਮਾਰਜਨ ਜਨਰੇਟ ਕਰ ਰਹੀ ਹੈ। ਐਸਟਰ ਡੀਐਮ 2% ਮਾਰਜਨ ਜਨਰੇਟ ਕਰ ਰਹੀ ਹੈ। ਰਿਟਰਨ ਔਨ ਇਕੁਇਟੀ ਜੇ ਦੇਖੀਏ ਤਾਂ ਕੰਪਨੀ ਟੋਟਲ ਇਕੁਇਟੀ ਜੋ ਕਿ ਸਭ ਨਾਲੋਂ ਵੱਧ ਮੈਟਰੋਪੋਲਿਸ ਦੀ ਹੈ 44% ਦੀ ਰਿਟਰਨ ਔਨ ਇਕੁਇਟੀ ਹੈ, ਥਾਇਰੋਕੇਅਰ 26% ਦੀ ਰਿਟਰਨ ਔਨ ਇਕੁਇਟੀ ਹੈ, ਲਾਲ ਪੈਥਲੈਬ 24% ਰਿਟਰਨ ਔਨ ਇਕੁਇਟੀ ਦੇ ਨਾਲ ਟੌਪ ਦੀ 3 ਕੰਪਨੀਆਂ ਸਾਡੇ ਸਾਹਮਣੇ ਨੇ। ਇਕੁਇਟੀ ਦਾ ਮਤਲਬ ਅਸੀਂ ਗੱਲ ਕਰੀਏ ਤਾਂ ਸ਼ੇਅਰ ਹੋਲਡਰਸ ਔਰ ਪ੍ਰਮੋਟਰ ਦੋਨਾਂ ਦੀ ਇਕੁਇਟੀ ਮਿਲਾ ਕੇ ਕੰਪਨੀ ਕਿੰਨਾ ਰਿਟਰਨ ਜਨਰੇਟ ਕਰ ਰਹੀ ਹੈ, ਇਸ ਦੀ ਆਪਾਂ ਗੱਲ ਕਰ ਰਹੇ ਹਾਂ। ਜੇ ਗੱਲ ਕਰੀਏ ਕੰਪਨੀ ਦੇ ਉੱਤੇ ਉਧਾਰ ਉਹਦੀ ਇਕੁਇਟੀ ਦੇ ਵਜੋਂ ਕਿ ਕੰਪਨੀ ਦੇ ਉੱਤੇ ਟੋਟਲ ਕਿੰਨਾ ਉਧਾਰ ਹੈ, ਤਾਂ ਜ਼ਿਆਦਾਤਰ ਕੰਪਨੀਆਂ ਆਪਣਾ ਉਰੇ ਘੱਟ ਡੈਟ ਵਾਲੀ ਦਿਖ ਰਹੀਆਂ ਨੇ। ਮੈਟਰੋਪੋਲਿਸ, ਲਾਲਪੈਥ, ਥਾਇਰੋਕੇਅਰ ਇਹ ਨਿਗਲੀਜੀਬਲ ਡੈਟ ਵਾਲੀ ਕੰਪਨੀਆਂ ਨੇ। ਸਸਤਾ ਸੁੰਦਰ ਉੱਤੇ 4% ਆਪਣੀ ਇਕੁਇਟੀ ਦਾ ਅਗੇਂਸਟ ਡੈਟ ਹੈ, ਐਸਟਰ ਦੇ ਉੱਤੇ 5%, ਜਦਕਿ ਕੋਵਈ ਹਾਈਐਸਟ ਡੈਟ ਵਾਲੀ ਕੰਪਨੀ ਹੈ ਜਿਹਨੂੰ ਕਿ ਆਪਾਂ ਅਵੋਇਡ ਕਰ ਸਕਦੇ ਹਾਂ। ਇੰਟਰਸਟ ਕਵਰੇਜ ਰੇਸ਼ੋ ਦੇ ਤੌਰ ਤੇ ਕੰਪਨੀ ਨੇ ਅਗਰ ਕੋਈ ਉਧਾਰ ਲਿੱਤਾ ਹੋਇਆ ਹੈ ਤਾਂ ਉਸਦੇ ਅਗੇਂਸਟ ਜਿੰਨਾ ਪ੍ਰੋਫਿਟ ਜਨਰੇਟ ਕਰ ਰਹੀ ਹੈ ਕੰਪਨੀ, ਤਾਂ ਉਸ ਨੂੰ ਚੁਕਾਉਣ ਦੀ ਕਿੰਨੀ ਕਪੈਸਿਟੀ ਰੱਖਦੀ ਹੈ ਆਪਣੇ ਉਧਾਰ ਨੂੰ। ਤਾਂ ਦੋਸਤੋ ਡਾਕਟਰ ਲਾਲ ਪੈਥਲੈਬ ਕੋਲ ਆਪਣੇ ਫਾਈਨਾਂਸ ਕਾਸਟ ਨੂੰ ਚੁਕਾਉਣ ਦੀ 400 ਗੁਣਾ ਕਪੈਸਿਟੀ ਹੈ, ਮੈਟਰੋਪੋਲਿਸ ਕੋਲ 250 ਗੁਣਾ ਹੈ, ਐਸਟਰ ਡੀਐਮ ਕੋਲ 200 ਗੁਣਾ ਹੈ। ਇਸ ਤਰ੍ਹਾਂ ਸਭ ਨਾਲੋਂ ਵੱਧ ਹੈਲਦੀ ਕੰਪਨੀ ਸਾਨੂੰ ਉਰੇ ਡਾਕਟਰ ਲਾਲ ਪੈਥਲੈਬ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਕੋਲ ਕੀ
ਸਭ ਨਾਲੋਂ ਵੱਧ ਕੈਪੈਸਿਟੀ ਹੈ ਕਿ ਆਪਣਾ ਉਧਾਰ ਹੋ। ਕੋਈ ਵੀ ਬੁਰਾ ਸਮਾਂ ਆਉਂਦਾ ਹੈ, ਜਿਸ ਤਰ੍ਹਾਂ ਕਿ ਕੋਵਿਡ ਦੀ ਸਿਚੁਏਸ਼ਨ ਆਈ, ਤਾਂ ਕੰਪਨੀ ਕੋਲ ਇੱਕ ਚੰਗਾ ਰਿਜ਼ਰਵ ਹੈ ਬਾਕੀ ਕੰਪਨੀਆਂ ਨਾਲੋਂ। ਤੇ ਦੋਸਤੋ, ਜੇ ਆਪਾਂ ਗੱਲ ਕਰੀਏ ਹੁਣ ਕੰਪਨੀ ਕਿੱਥੋਂ ਪ੍ਰੋਫਿਟ ਜਨਰੇਟ ਕਰ ਰਹੀ ਹੈ, ਇਹ ਬਾਈਫਰਕੇਸ਼ਨ ਸਾਨੂੰ ਸਿਰਫ ਕੋਵਿਡ ਦੇ ਸਿਚੁਏਸ਼ਨ ਦੇ ਦੌਰਾਨ ਹੀ ਮਿਲੀ ਹੈ। ਇਸ ਤੋਂ ਪਹਿਲਾਂ ਸਿਰਫ ਡਾਇਗਨੋਸਟਿਕ ਇੱਕ ਸਿੰਗਲ ਸੈਗਮੈਂਟ ਹੁੰਦਾ ਸੀ। ਹੁਣ ਉਰੇ ਦੋ ਸੈਗਮੈਂਟ ਹੋਣ ਜਾ ਰਹੇ ਨੇ, ਨਾਨ ਕੋਵਿਡ ਔਰ ਕੋਵਿਡ ਸੈਗਮੈਂਟ। ਕੰਪਨੀ ਨੌਨ ਕੋਵਿਡ, ਜੋ ਕਿ ਇਹਦਾ ਬੇਸਿਕ ਪੈਰਾਮੀਟਰ ਹੈ, ਉਸ ਦੇ ਵਿੱਚ 43% ਦੀ ਗਰੋਥ ਕੀਤੀ ਹੈ। 883 ਕਰੋੜ ਤੋਂ ਕੰਪਨੀ ਦਾ ਪ੍ਰੋਫਿਟ 1271 ਕਰੋੜ ਹੋ ਗਿਆ ਹੈ ਇਸ ਦਸੰਬਰ 2021 ਤੱਕ। ਕੋਵਿਡ ਦੇ ਰਿਲੇਟਡ ਸਰਵਿਸਿਜ਼ ਦੇ ਵਿੱਚ 267 ਕਰੋੜ ਤੋਂ ਕੰਪਨੀ ਨੇ ਪ੍ਰੋਫਿਟ 330 ਕਰੋੜ ਦਾ ਕੀਤਾ ਹੈ, ਜਿਸ ਕੀ 24% ਦੀ ਗਰੋਥ ਦੀ ਜੰਪ ਹੋਈ ਹੈ। ਇਸ ਸਲਾਈਡ ਤੋਂ ਆਪਾਂ ਦੋਸਤੋ ਪਤਾ ਲੱਗਦਾ ਹੈ ਜਿਹੜਾ ਕਿ ਨੌਨ ਕੋਵਿਡ ਸੈਗਮੈਂਟ ਹੈ, ਉਹ ਕੰਪਨੀ ਦਾ ਬੇਸ ਹੈ ਬੜਾ ਤਕੜਾ, ਔਰ ਕੰਪਨੀ ਇਸ ਦੇ ਉੱਤੇ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਔਰ ਇਸ ਕੁਆਟਰ 3 ਦੇ ਵਿੱਚ ਕੰਪਨੀ ਨੇ 438 ਕਰੋੜ ਦਾ ਉਰੇ ਪ੍ਰੋਫਿਟ ਜਨਰੇਟ ਕੀਤਾ ਹੈ। ਕੰਪਨੀ ਦੇ ਪ੍ਰੋਫਿਟਸ ਨੂੰ ਕਿਹੜੀ ਚੀਜ਼ ਸਾਨੂੰ ਵੱਧ ਇਫੈਕਟ ਕਰਦੀ ਹੈ, ਉਹ ਹੈ ਇਹਦੇ ਖਰਚੇ। ਤਾਂ ਦੋਸਤੋ, ਆਪਾਂ ਆਉਣ ਵਾਲੀ ਸਲਾਈਡ ਦੇ ਵਿੱਚ ਨਜ਼ਰ ਮਾਰਾਂਗੇ ਇਹਦੇ ਖਰਚਿਆਂ ਦੇ ਉੱਤੇ। ਤਾਂ ਸਭ ਨਾਲੋਂ ਵੱਡਾ ਖਰਚਾ ਟੋਟਲ 1251 ਕਰੋੜ ਦੇ ਖਰਚੇ ਦੇ ਵਿੱਚ ਇਹਦਾ ਹੈ ਮਟੀਰੀਅਲ ਕਾਸਟ, ਜਿਹੜਾ ਕਿ 31% ਦੇ ਲੱਗ ਰਿਹਾ ਹੈ। ਅਦਰ ਐਕਸਪੈਂਸਿਸ 22% ਦੇ ਨੇੜੇ ਨੇ, ਐਮਪਲੋਈ ਬੈਨੀਫਿਟ 21% ਦੇ ਨੇੜੇ, ਔਰ ਸੈਂਪਲ ਕਲੈਕਸ਼ਨ 18% ਦੇ ਨੇੜੇ ਨੇ। ਮੇਜਰ ਕਾਸਟ ਦੇ ਤੌਰ ਤੇ ਟੋਟਲ ਪਿਛਲੇ ਦਸੰਬਰ 2020 ਤੋਂ ਦਸੰਬਰ 2021 ਤੱਕ 39% ਦੀ ਇਨਕਰੀਜ਼ ਹੋਈ ਹੈ, ਜਿਸ ਦੇ ਵਿੱਚ ਕਾਸਟ ਆਫ ਮਟੀਰੀਅਲ ਵੱਡੇ ਖਰਚੇ ਦੇ ਵਿੱਚ 32% ਦੀ ਇਨਕਰੀਜ਼ ਹੋਈ ਹੈ। ਅਦਰ ਐਕਸਪੈਂਸਿਸ ਦੇ ਵਿੱਚ 40% ਦੀ ਇਨਕਰੀਜ਼ ਹੋਈ ਹੈ, ਔਰ ਜਿਹੜਾ ਕਿ ਸੈਂਪਲ ਕਲੈਕਸ਼ਨ 20% ਦਾ ਖਰਚਾ ਹੈ, ਉਸ ਦੇ ਵਿੱਚ 55% ਦੀ ਇਨਕਰੀਜ਼ ਹੋਈ ਹੈ। ਕਿਉਂਕਿ ਇਸ ਦੇ ਵਿੱਚ ਡਿਊਰਿੰਗ ਕੋਵਿਡ ਇੱਕ ਸਟੈਂਡ ਸਟਿਲ ਪੁਆਇੰਟ ਮਿਲ ਰਿਹਾ ਸੀ, ਔਰ ਹੁਣ ਜਿਵੇਂ ਜਿਵੇਂ ਨੋਰਮੈਲਿਟੀ ਕਰਨੀ ਸਾਰੀ ਚੀਜ਼ਾਂ ਜਾ ਰਹੀਆਂ ਨੇ, ਤਾਂ ਆਪਾਂ ਨੂੰ ਇਸ ਤਰ੍ਹਾਂ ਇੱਕ ਨਵਾਂ ਸਿਨੈਰੀਓ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਦੇ ਵਿੱਚ ਜਿਹੜੇ ਕਿ ਇਨਵੈਸਟਰ ਆਲਰੇਡੀ ਇਨਵੈਸਟਡ ਨੇ, ਜਿਨ੍ਹਾਂ ਨੇ ਕੰਪਨੀ ਉੱਤੇ ਫੇਥ ਦਿਖਾਇਆ ਔਰ ਇਹਦੇ ਵਿੱਚ ਹੈਗੇ ਨੇ, ਆਪਾਂ ਉਸ ਦੇ ਉੱਤੇ ਇੱਕ ਨਜ਼ਰ ਮਾਰਾਂਗੇ ਕਿ ਦਸੰਬਰ 2021 ਦੇ ਵਿੱਚ ਕੰਪਨੀ ਦਾ ਸ਼ੇਅਰ ਹੋਲਡਿੰਗ ਪੈਟਰਨ ਕੀ ਸੀ। ਪ੍ਰਮੋਟਰਸ ਦੇ ਕੋਲ 55% ਦਾ ਸਟੇਕ ਸੀ। ਫੋਰਨ ਇਨਵੈਸਟਰਸ ਕੋਲ, ਜਿਹੜੇ ਵਿਦੇਸ਼ੀ ਨਿਵੇਸ਼ਕ ਹੈ, ਉਹਨਾਂ ਕੋਲ 25% ਦਾ ਸਟੇਕ ਸੀ, ਜਿਹੜਾ ਕਿ ਪ੍ਰਮੋਟਰਸ ਤੋਂ ਬਾਅਦ ਸੈਕੰਡ ਮੋਸਟ ਹਾਈਐਸਟ ਸਟੇਕ ਹੈ। ਐਨੀ ਅਦਰ ਕੋਲ ਇੰਡੀਵਿਜੂਅਲ ਲੈਸ ਦੈਨ 2 ਲੱਖ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ, ਉਹ 5% ਦਾ ਸਟੇਕ ਸੀ। ਮਿਊਚੁਅਲ ਫੰਡਸ ਕੋਲ 7% ਦਾ ਸਟੇਕ ਸੀ। ਜੇ ਆਪਾਂ ਇਸ ਨੂੰ ਦੇਖੀਏ ਦਸੰਬਰ 2016 ਤੋਂ 2021 ਦੇ ਵਿੱਚ ਕੀ ਬਦਲਾਅ ਆਇਆ ਸ਼ੇਅਰ ਹੋਲਡਿੰਗ ਪੈਟਰਨ ਦੇ ਵਿੱਚ, ਤਾਂ ਦੋਸਤੋ ਪ੍ਰਮੋਟਰਸ ਦਾ ਸਟੇਕ ਤਾਂ ਆਲਮੋਸਟ ਉੱਥੇ ਹੀ ਖੜਾ ਹੈ। ਜਿਹੜੇ ਕਿ ਵਿਦੇਸ਼ੀ ਨਿਵੇਸ਼ਕ ਹੈ, ਉਹਨਾਂ ਦਾ ਸਟੇਕ 7% ਤੋਂ ਵੱਧ ਕੇ 25% ਹੋ ਚੁੱਕਿਆ ਹੈ। ਉਹ ਲੋਕ ਜਿਨ੍ਹਾਂ ਨੇ 2 ਲੱਖ ਤੋਂ ਘੱਟ ਪੈਸਾ ਇਨਵੈਸਟ ਕੀਤਾ ਹੈ, ਉਹ 2% ਤੋਂ ਲੈ ਕੇ 5% ਤੱਕ ਇਨਕਰੀਜ਼ ਕਰ ਗਏ ਨੇ। ਐਨੀ ਅਦਰ ਦੇ ਵਿੱਚ ਇੱਕ ਮੇਜਰ ਫਾਲ ਆਇਆ ਹੈ, 24% ਤੋਂ ਉਹ ਲੋਕ 4% ਤੇ ਚਲੇ ਗਏ ਨੇ। ਮਿਊਚੁਅਲ ਫੰਡ ਉੱਥੇ ਹੀ ਨੇ, ਔਰ ਇੰਡੀਵਿਜੂਅਲ ਜਿਨ੍ਹਾਂ ਨੇ 1-2 ਲੱਖ ਤੋਂ ਵੱਧ ਇਨਵੈਸਟ ਕੀਤਾ ਹੋਇਆ ਹੈ, ਉਹ 1% ਤੋਂ ਲੈ ਕੇ 2% ਤੱਕ ਵੱਧ ਗਏ ਨੇ। ਤਾਂ ਹੁਣ ਜੇ ਆਪਾਂ ਗੱਲ ਕਰੀਏ ਕਰੰਟ ਟ੍ਰੈਂਡ, ਕੰਪਨੀ ਅੱਜ ਦੀ ਸਿਚੁਏਸ਼ਨ ਦੇ ਵਿੱਚ ਕੀ ਕੰਮ ਕਰ ਰਹੀ ਹੈ, ਕਿਸ ਤਰ੍ਹਾਂ ਦਾ ਸਿਨੈਰੀਓ ਸਾਨੂੰ ਪ੍ਰੋਵਾਈਡ ਕਰ ਰਹੀ ਹੈ, ਤਾਂ 2021 ਦੇ ਵਿੱਚ ਜਦੋਂ ਕੰਪਨੀ ਨੇ ਕਲੋਜ਼ਿੰਗ ਦਿੱਤੀ ਸੀ ਪਿਛਲੇ ਸਾਲ, 19% ਕੰਪਨੀ ਸੇਲ ਦੇ ਜੰਪ ਦੇ ਉੱਤੇ ਸੀਗੀ, ਔਰ 31% ਪ੍ਰੋਫਿਟ ਦੀ ਗਰੋਥ ਦੇ ਉੱਤੇ ਸੀ। ਜਿਹੜੇ ਕਿ ਸਾਨੂੰ ਹੁਣ ਦਸੰਬਰ 2021 ਦੇ ਵਿੱਚ 39% ਸੇਲ ਦੀ ਗਰੋਥ ਦਿਖ ਰਹੀ ਹੈ, ਔਰ 36% ਪ੍ਰੋਫਿਟ ਦੀ ਗਰੋਥ ਦਿਖ ਰਹੀ ਹੈ। ਸਾਲ 2022 ਮਾਰਚ ਆਂਦੇ ਆਂਦੇ ਸਾਨੂੰ ਇਹ ਕੰਪਨੀ 25% ਸੇਲ ਦੀ ਜੰਪ ਉੱਤੇ ਦਿਖ ਸਕਦੀ ਹੈ, ਔਰ 15% ਪ੍ਰੋਫਿਟ ਦੀ ਗਰੋਥ ਦੇ ਨਾਲ ਸਾਨੂੰ ਕਲੋਜ਼ਿੰਗ ਕਰਦੀ ਹੋਈ ਦਿਖਦੀ ਮਿਲ ਸਕਦੀ ਹੈ। ਜੇ ਕੰਪਨੀ ਦੇ ਪਿਛੋਕੜ ਦੀ ਗੱਲ ਕਰੀਏ, ਤਾਂ ਪਿਛਲੇ 9 ਸਾਲਾਂ ਦੇ ਵਿੱਚ ਕੰਪਨੀ ਨੇ 19% ਸੇਲ ਦੀ ਗਰੋਥ ਕੀਤੀ ਹੈ, ਔਰ ਪ੍ਰੋਫਿਟ ਦੀ 25% ਦੀ ਗਰੋਥ ਕੀਤੀ ਹੈ। ਇਸ ਕਰੰਟ ਈਅਰ ਦੇ ਵਿੱਚ 25% ਆਪਾਂ ਸੇਲ ਐਜ਼ਿਊਮ ਕਰ ਰਹੇ ਹਾਂ ਕੰਪਨੀ ਦਊਗੀ ਇਨਕਰੀਜ਼ ਦੇ ਨਾਲ, ਔਰ 15% ਦੀ ਪ੍ਰੋਫਿਟ ਦੀ ਜੰਪ ਦਊਗੀ। ਕੰਜ਼ਰਵੇਟਿਵ ਰਹਿੰਦੇ ਹੋਏ ਲੌਂਗ ਟਰਮ ਦੀ ਗਰੋਥ ਆਪਾਂ 17% ਦੀ ਇਨਕਰੀਜ਼ ਮੰਨ ਰਹੇ ਹਾਂ ਕੰਪਨੀ ਦੀ ਸੇਲ ਦੇ ਤੌਰ ਤੇ ਵੀ, ਔਰ ਪ੍ਰੋਫਿਟ ਦੇ ਤੌਰ ਤੇ ਵੀ। ਔਰ ਜੇ ਇਸੇ ਫਿਗਰ ਨੂੰ ਆਪਾਂ ਦੋਸਤੋ ਅੱਗੇ ਲੈ ਕੇ ਚਲੀਏ ਤਿੰਨੋਂ ਪੈਰਾਮੀਟਰਸ ਤੇ, ਸੇਲਸ ਤੇ, ਪ੍ਰੋਫਿਟ ਤੇ, ਔਰ ਅਰਨਿੰਗ ਪਰ ਸ਼ੇਅਰ ਤੇ, ਤਾਂ ਦੋਸਤੋ 2022 ਦੇ ਵਿੱਚ ਜਿਹੜੀ ਕੰਪਨੀ ਆਪਾਂ ਨੂੰ 2000 ਕਰੋੜ ਦੀ ਸੇਲ ਦੇ ਰਹੀ ਹੈ, 2035 ਤੱਕ 2035 ਈਅਰ ਤੱਕ ਆਂਦੇ ਆਂਦੇ ਇਹੀ ਕੰਪਨੀ ਆਪਾਂ ਨੂੰ 15000 ਕਰੋੜ ਦੀ ਸੇਲ ਦਿੰਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ।
ਪ੍ਰੋਫਿਟ ਦੇ ਤੌਰ ਤੇ ਜੋ ਅੱਜ ਕੰਪਨੀ 340 ਕਰੋੜ ਦਾ ਪ੍ਰੋਫਿਟ ਕਰ ਰਹੀ ਹੈ, ਉਹੀ 2035 ਤੱਕ ਆਂਦੇ ਆਂਦੇ ਸਾਨੂੰ 2600 ਕਰੋੜ ਦਾ ਪ੍ਰੋਫਿਟ ਦੇਖਦੇ ਹੋਏ ਸਾਨੂੰ ਮਿਲ ਸਕਦੀ ਹੈ। ਅਰਨਿੰਗ ਪਰ ਸ਼ੇਅਰ ਦੀ ਗੱਲ ਕਰੀਏ ਤਾਂ ਅੱਜ ਕੰਪਨੀ ਪਰ ਸ਼ੇਅਰ ਅਰਨਿੰਗ 41 ਰੁਪਏ ਹੈ, ਜੋ ਕਿ 2035 ਆਂਦੇ ਆਂਦੇ ਸਾਨੂੰ 312 ਰੁਪਏ ਪਰ ਸ਼ੇਅਰ ਅਰਨਿੰਗ ਦੇਖਣ ਨੂੰ ਮਿਲ ਸਕਦੀ ਹੈ। ਦੋਸਤੋ, ਇਸ ਸਲਾਈਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਹੈ, ਅੱਜ ਜਿਹੜੀ ਕੰਪਨੀ 2022 ਦੇ ਵਿੱਚ ਸਿਰਫ 2000 ਕਰੋੜ ਦਾ ਬਿਜ਼ਨਸ ਕਰ ਰਹੀ ਹੈ, ਉਹੀ 2035 ਆਂਦੇ ਆਂਦੇ ਕੰਪਨੀ ਸਾਨੂੰ 2600 ਕਰੋੜ ਦਾ ਪ੍ਰੋਫਿਟ ਜਨਰੇਟ ਕਰਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕੰਪਨੀ ਦੇ ਲਈ। ਤਾਂ ਜੇ ਕੰਪਨੀ ਦੇ ਫੇਅਰ ਵੈਲਿਊ ਦੀ ਗੱਲ ਕਰੀਏ ਕਿ ਕੰਪਨੀ ਦਾ ਸ਼ੇਅਰ ਦੇ ਫੇਅਰ ਵੈਲਿਊ ਜਾਂ ਇੰਟ੍ਰਿੰਸਿਕ ਵੈਲਿਊ ਕੀ ਹੈ, ਤਾਂ 2022 ਦੇ ਵਿੱਚ ਕੰਪਨੀ ਦਾ ਫੇਅਰ ਵੈਲਿਊ 2035 ਦੇ ਲਾਗੇ ਹੋ ਸਕਦਾ ਹੈ, ਜੋ ਕਿ 2035 ਆਂਦੇ ਆਂਦੇ ਸਾਨੂੰ 15600 ਦੇ ਨੇੜੇ ਤੇੜੇ ਦੇਖਣ ਨੂੰ ਮਿਲ ਸਕਦਾ ਹੈ। ਟੈਕਨੀਕਲੀ ਜੇ ਗ੍ਰਾਫ ਦੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕੰਪਨੀ ਨੇ 2016 ਦੇ ਵਿੱਚ ਮੋਟੇ ਤੌਰ ਤੇ 800 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਔਰ ਇਸ ਟਾਈਮ ਕੁਝ ਡਾਊਨ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ। ਤਾਂ 50 ਮੂਵਿੰਗ ਐਵਰੇਜ ਦੇ ਉੱਤੇ ਮੰਥਲੀ 50 ਮੂਵਿੰਗ ਐਵਰੇਜ ਦੇ ਉੱਤੇ ਆਪਾਂ ਕੰਪਨੀ ਨੂੰ ਤਕਰੀਬਨ 2100 ਰੁਪਏ ਦੇ ਨੇੜੇ ਤੇੜੇ ਮੇਜਰ ਤੌਰ ਤੇ ਅਕਮੂਲੇਟ ਕਰ ਸਕਦੇ ਹਾਂ। ਪਰ ਤੁਸੀਂ ਉਰੇ ਸਿਪ ਦੇ ਰਾਹੀਂ ਛੋਟੇ ਛੋਟੇ ਟੋਟਿਆਂ 'ਚ ਵੀ ਇਸ ਨੂੰ ਖਰੀਦ ਸਕਦੇ ਹੋ। ਸ਼ਾਰਟ ਟਰਮ ਟਾਰਗੇਟ ਇਸ ਕੰਪਨੀ ਦਾ ਹੈ 4100 ਰੁਪਏ। ਜਿਹੜੀ ਕਿ ਇਹ ਆਪਾਂ ਸਟੱਡੀ ਕੀਤੀ ਹੈ, ਇੱਕ ਪ੍ਰੈਜੈਂਟੇਸ਼ਨ ਹੈ, ਇੱਕ ਸਟੱਡੀ ਪਰਪਸ ਲਈ ਹੈ, ਉਰੇ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਐਡਵਾਈਸ ਨਹੀਂ ਦਿੱਤੀ ਜਾ ਰਹੀ। ਕਨਕਲੂਜਨ ਦੇ ਤੌਰ ਤੇ ਦੋਸਤੋ, 4 ਤੋਂ 5% ਇਸ ਤਰ੍ਹਾਂ ਦੀ ਕੰਪਨੀ ਤੁਹਾਡੇ ਕੋਲ ਹੋ ਸਕਦੀ ਹੈ, ਪਰ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਤੋਂ ਪਹਿਲਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰ ਲਵੋ। ਦੋਸਤੋ, ਇਸ ਨਾਲ ਮੈਂ ਆਪਣੇ ਗੱਲ ਉਰੇ ਹੀ ਪੂਰੀ ਕਰਾਂਗਾ ਔਰ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਹੀ ਹੈਲਦੀ ਔਰ ਵੈਲਦੀ ਹੋਵੇ। ਬਹੁਤ ਬਹੁਤ ਧੰਨਵਾਦ।